ਹਾਂਜੀ, ਆਪਾਂ ਸਟਾਰਟ ਕਰਦੇ ਹਾਂ ਟਾਈਮ ਐਂਡ ਵਰਕ ਦੀ ਟਾਈਪ 5। ਇਸ ਦੇ ਵਿੱਚ ਜੋ ਕੁਐਸਚਨ ਹੋਣਗੇ ਉਹ ਆਪਾਂ ਨੂੰ ਸੇਮ ਵਰਕ ਹੋਊਗਾ, ਉਸ ਦੇ ਬੇਸ ਤੇ ਆਪਾਂ ਕੁਐਸਚਨ ਸੋਲਵ ਕਰਾਂਗੇ। ਮਤਲਬ ਇੱਕ ਅਲੱਗ ਜਿਹੀ ਟਾਈਪ ਹੈ ਜੀ। ਦੇਖੋ ਇਸ ਦੇ ਵਿੱਚ ਕੀ ਹੈ ਆਪਣੇ ਕੋਲ, ਜਿਵੇਂ ਕੁਐਸਚਨ ਨੰਬਰ 55 ਹੈ। ਦੇਖੋ ਜੀ ਕੀ ਲਿਖਿਆ ਹੈ, A and B together can dig a trench in 12 days, which A alone dig in 28 days, B alone can dig it in। ਤਾਂ ਦੇਖੋ ਜੀ, ਚਲੋ ਇਹ ਕੁਐਸਚਨ ਤਾਂ ਵੈਸੇ ਹੀ ਆਪਣੇ ਕੋਲ ਸਿੰਪਲ ਹੈ ਜੀ। ਇਸ ਦੇ ਵਿੱਚ ਆਪਾਂ ਨੂੰ ਮਤਲਬ ਕਿ ਆਪਾਂ ਐਵੇਂ ਕਹਿ ਸਕਦੇ ਹਾਂ ਕਿ A ਤੇ B ਕਿਸੇ ਕੰਮ ਨੂੰ 12 ਦਿਨ ਚ ਕਰਦੇ ਨੇ, ਜਿਹੜਾ ਇਕੱਲਾ A 28 ਡੇਜ਼ ਦੇ ਵਿੱਚ ਕਰਦਾ। ਐਲਸੀਐਮ ਲਵਾਂਗੇ ਜੀ ਆਪਾਂ ਇਹਨਾਂ ਦਾ, 28 ਨੂੰ ਆਪਾਂ 3 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਇਹ ਆ ਜੂ ਆਪਣੇ ਕੋਲੇ 84। ਤਾਂ A ਪਲੱਸ B ਦੀ ਐਫੀਸ਼ੀਐਂਸੀ 7 ਆ ਜੂਗੀ, ਇਹਦੀ ਐਫੀਸ਼ੀਐਂਸੀ ਕਿੰਨੀ ਆ ਜੂਗੀ 3 ਆ ਜੂਗੀ। A ਦੀ ਐਫੀਸ਼ੀਐਂਸੀ ਕਿੰਨੀ ਆ ਗਈ 3, B ਦੀ ਐਫੀਸ਼ੀਐਂਸੀ ਕਿੰਨੀ ਆ ਗਈ 4। ਠੀਕ ਹੈ ਜੀ, ਵੈਸੇ ਇਹ ਕੁਐਸਚਨ ਆਸਾਨ ਸੀਗਾ ਜੀ। ਅੱਗੇ ਜੀ B ਅਲੋਨ ਕੈਨ ਡਿਗ ਇਟ ਇਨ, ਤਾਂ ਕਹਿੰਦਾ B ਨੇ ਜੇ ਇਕੱਲੇ ਨੇ ਮਤਲਬ ਟ੍ਰੈਂਚ ਡਿਗ ਕਰਨੀ ਹੋਵੇ ਤਾਂ ਟਾਈਮ ਕਿੰਨਾ ਲੱਗੂਗਾ। 84 ਵਰਕ ਹੈ, ਡਿਵਾਈਡ ਬਾਈ 4 ਕਰ ਦਾਂਗੇ, ਕਿੰਨਾ ਆ ਜਾਊਗਾ 20। ਇਸ ਤੋਂ ਅੱਗੇ ਦੇਖੋ ਜੀ, A can do a piece of work in 12 days and B in 20 days। ਕਹਿੰਦਾ ਜਿਹੜਾ A ਪਰਸਨ ਹੈ ਉਹ ਕਿਸੇ ਕੰਮ ਨੂੰ 12 ਦਿਨ ਚ ਕਰਦਾ, ਜਿਹੜਾ B ਹੈ ਉਹ 20 ਦਿਨ ਚ ਕਰਦਾ। If they work together on it 5 days and remaining work is completed by C in, ਦੇਖੋ ਜੀ ਕੀ ਲਿਖਿਆ, if they together work on it for 5 days, ਜੇ ਕਹਿੰਦਾ ਉਹ ਇਕੱਠੇ ਮਿਲ ਕੇ 5 ਦਿਨ ਕੰਮ ਕਰਦੇ ਨੇ, and remaining work ਜਿਹੜਾ ਕੰਮ ਪਿੱਛੇ ਬਚ ਗਿਆ is completed by C in 3 days, then in how many days can C do the same work alone। ਜੇ ਕਹਿੰਦਾ ਉਹੀ ਕੰਮ ਨੂੰ C ਕਰਨਾ ਚਾਹੇ ਤਾਂ ਕਿੰਨੇ ਦਿਨ ਚ ਕਰਦਾ। ਦੇਖੋ ਜੀ, ਪਹਿਲਾਂ ਆਪਾਂ ਨੂੰ ਸਿੰਪਲ ਕੁਐਸਚਨ ਕੀ ਗਿਵਨ ਹੈ, ਜਿਹੜਾ A ਹੈ ਉਹ 12 ਦਿਨ ਚ ਕਰਦਾ ਤੇ B ਕਿੰਨੇ ਦਿਨ ਚ ਕਰਦਾ, 20 ਦਿਨ ਚ ਕਰਦਾ। ਐਲਸੀਐਮ ਕਿੰਨਾ ਆ ਜਾਊਗਾ, 60 ਆ ਗਿਆ ਜੀ ਐਲਸੀਐਮ। ਹੁਣ ਜੇ 60 ਐਲਸੀਐਮ ਹੈ ਤਾਂ ਇਹਦੀ ਐਫੀਸ਼ੀਐਂਸੀ 5, ਇਹਦੀ ਐਫੀਸ਼ੀਐਂਸੀ ਕਿੰਨੀ ਆ ਗਈ 3 ਆ ਗਈ। ਹੁਣ ਕਹਿ ਰਿਹਾ, ਕਹਿੰਦਾ ਜੇ ਉਹ ਦੋਨੋਂ ਮਿਲ ਕੇ ਕੰਮ ਕਰਦੇ ਨੇ 5 ਦਿਨ, ਜੇ 5 ਦਿਨ ਕੰਮ ਕਰਨਗੇ ਤਾਂ ਇੱਕ ਦਿਨ ਦੇ ਵਿੱਚ ਕਿੰਨਾ ਹੋ ਰਿਹਾ, 5 + 3 ਕਿੰਨਾ ਹੋ ਜਾਊਗਾ, 8 ਹੋ ਜਾਊਗਾ। ਤਾਂ 5 ਦੇ ਵਿੱਚ ਕਿੰਨਾ ਹੋ ਜਾਊਗਾ, 40 ਹੋ ਜਾਊਗਾ। ਮਤਲਬ ਕਿ 40 ਕੰਮ A + B ਨੇ ਕਰਤਾ, ਜਿਹੜਾ ਪਿੱਛੇ 20 ਬਚ ਗਿਆ ਉਹਨੂੰ ਕੌਣ ਕਰ ਰਿਹਾ, C ਕਰ ਰਿਹਾ। ਤੇ ਉਹਦੇ ਨੰਬਰ ਆਫ ਡੇਜ਼ ਕਿੰਨੇ ਨੇ 3। ਮਤਲਬ ਜਿਹੜਾ C ਹੈ ਉਹ 20 ਵਰਕ ਨੂੰ ਤੇ ਪੂਰਾ ਕਰਦਾ ਕੀ ਹੈ 3 ਦਿਨ ਚ ਪੂਰਾ ਕਰਦਾ, ਤੇ ਵਰਕ ਹੈ ਕਿੰਨਾ 60 ਹੈ। ਦੋਹਾਂ ਨੂੰ ਆਪਾਂ 3 ਨਾਲ ਮਲਟੀਪਲਾਈ ਕਰ ਦਾਂਗੇ ਤਾਂ 60 ਵਰਕ ਨੂੰ ਪੂਰਾ ਕਰੂਗਾ ਜੀ ਉਹ 9 ਡੇਜ਼। ਆਪਸ਼ਨ B। ਅੱਗੇ ਦੇਖੋ ਜੀ 57। ਹਾਂਜੀ ਦੇਖੋ ਜੀ, ਹੁਣ ਆਪਾਂ ਇਸ ਕੁਐਸਚਨ ਨੂੰ ਸਮਝਾਂਗੇ ਧਿਆਨ ਨਾਲ। ਆਪਾਂ ਨੂੰ ਕੀ ਗਿਵਨ ਹੈ, A + B ਕੈਨ ਫਿਨਿਸ਼ ਅ ਜੌਬ ਇਨ 24 ਡੇਜ਼, A B ਐਂਡ C ਉਹ ਕਿਸੇ ਜੌਬ ਨੂੰ 8 ਦਿਨ ਚ ਕਰਦੇ ਨੇ, ਤਾਂ ਇਕੱਲੇ C ਦਾ ਪੁੱਛਿਆ। ਠੀਕ ਹੈ ਜੀ, ਸਿੰਪਲ ਕੁਐਸਚਨ ਹੈ ਜੀ, ਤੁਸੀਂ ਆਪਦੇ ਆਪ ਕਰ ਸਕਦੇ ਹੋ। ਮਤਲਬ ਕਿ A + B ਦੀ ਨੰਬਰ ਆਫ ਡੇਜ਼ 24 ਲਗਾ ਲਓਗੇ, A + B + C ਦੇ ਆਪਾਂ 8 ਲਗਾ ਲਾਂਗੇ। ਇਸ ਤੋਂ ਬਾਅਦ ਤੁਸੀਂ C ਦੀ ਐਫੀਸ਼ੀਐਂਸੀ ਨਿਕਾਲਣੀ ਹੈਗੀ। ਠੀਕ ਹੈ ਜੀ, ਤਾਂ ਉੱਥੋਂ ਤੁਸੀਂ ਇਸ ਆਨਸਰ ਪਤਾ ਕਰ ਲਿਓ ਜੀ। ਇਹ ਕੁਐਸਚਨ ਸਿੰਪਲ ਨੇ ਜੀ। ਤਾਂ ਜੋ ਆਪਣੀ ਟਾਈਪ ਹੈ ਜੀ ਅੱਜ ਦੀ ਮੇਨ ਦੀ, ਮੈਂ ਤੁਹਾਨੂੰ ਸਿਰਫ ਉਹ ਕੁਐਸਚਨ ਦੇਖ ਰਿਹਾ ਹੁਣ ਮੇਰੇ ਕੋਲੇ ਦੁਬਾਰਾ ਆ ਰਹੇ ਨੇ ਜੀ। ਇਹ ਮਤਲਬ ਉਹ ਇਸ ਟਾਈਪ ਨਾਲ ਵੀ ਹੋ ਸਕਦੇ ਨੇ, ਇਸ ਕਰਕੇ ਇਸ ਟਾਈਪ ਦੇ ਵਿੱਚ ਆਪਾਂ ਨੇ ਐਡ ਕੀਤੇ ਹੋਏ ਨੇ। A can do a piece of work in 18 days, he worked it for 12 days and B finished the remaining work in 8 days, B alone can do the whole work। ਹਾਂਜੀ, ਹੁਣ ਇਹ ਕੁਐਸਚਨ ਦੇਖੋ ਜੀ ਕਿਵੇਂ ਕਰਨਾ ਹੈ। ਦੇਖੋ ਜੀ ਕੀ ਹੈ, ਕਹਿੰਦਾ ਜਿਹੜਾ ਪਰਸਨ A ਹੈ ਉਹ ਕਿਸੇ ਕੰਮ ਨੂੰ 18 ਦਿਨ ਦੇ ਵਿੱਚ ਕਰ ਸਕਦਾ। ਦੇਖੋ ਜੀ, ਇਸ ਕੁਐਸਚਨ ਨੂੰ ਆਪਾਂ ਦੋ ਤਰੀਕੇ ਨਾਲ ਕਰਾਂਗੇ। ਜਿਹੜਾ A ਹੈ ਉਹ ਕਿਸੇ ਵੀ ਕੰਮ ਨੂੰ 18 ਦਿਨ ਚ ਕਰ ਸਕਦਾ। ਤਾਂ ਮੈਂ ਦੇਖੋ ਉਹਦੇ ਕੀ ਸਪੋਜ਼ ਕਰ ਰਿਹਾ, ਮੈਂ ਸਪੋਜ਼ ਕਰਦਾ ਐਫੀਸ਼ੀਐਂਸੀ ਆਫ A ਨੂੰ। ਐਫੀਸ਼ੀਐਂਸੀ ਆਫ ਮੈਨੇ A ਦੀ A ਸਪੋਜ਼ ਕਰ ਲਈ, ਤੇ ਮੈਨੇ ਐਫੀਸ਼ੀਐਂਸੀ ਆਫ B ਸਪੋਜ਼ ਕਰ ਲਈ। ਠੀਕ ਹੈ ਜੀ, ਹੁਣ ਜਿਹੜਾ ਪਰਸਨ A ਹੈ ਉਹ 18 ਦਿਨ ਦੇ ਵਿੱਚ ਕੰਮ ਪੂਰਾ ਕਰ ਰਿਹਾ ਤੇ ਉਹਦੀ ਐਫੀਸ਼ੀਐਂਸੀ ਕਿੰਨੀ ਹੈ A, ਤਾਂ ਇਟ ਮੀਨਸ ਜਿਹੜਾ ਵਰਕ ਹੋਊਗਾ ਉਹ 18 ਇੰਟੂ ਐਫੀਸ਼ੀਐਂਸੀ ਆਫ A ਹੋਊਗਾ। ਤਾਂ ਆਹ ਚੀਜ਼ ਆਪਣੇ ਕੋਲ ਕੀ ਆ ਗਈ, ਟੋਟਲ ਕੀ ਆ ਗਿਆ ਵਰਕ ਆ ਗਿਆ। ਉਸ ਤੋਂ ਬਾਅਦ ਹੁਣ ਆਪਾਂ ਨੂੰ ਕੀ ਕਹਿ ਰਿਹਾ, ਕਹਿੰਦਾ ਹੀ ਵਰਕ ਐਟ ਇਟ ਫॉर 12 ਡੇਜ਼, ਮਤਲਬ ਕਿ A ਨੇ 12 ਦਿਨ ਕੰਮ ਕੀਤਾ। ਤਾਂ ਮਤਲਬ ਕੰਮ ਕਿੰਨਾ ਹੋ ਗਿਆ ਹੋਊਗਾ ਜੀ, 12 A ਕੰਮ ਹੋ ਗਿਆ, 12 A ਐਂਡ B ਫਿਨਿਸ਼ ਦਾ ਰਿਮੇਨਿੰਗ ਵਰਕ ਇਨ 8 ਡੇਜ਼।
ਜਿਹੜਾ ਪਿੱਛੇ ਕੰਮ ਬਚ ਗਿਆ ਉਸਨੂੰ ਬੀ ਨੇ ਪੂਰਾ ਕੀਤਾ 8 ਦਿਨ ਦੇ ਵਿੱਚ। ਜੇ ਬੀ ਦੀ ਐਫੀਸ਼ੀਐਂਸੀ ਬੀ ਹੈ ਤਾਂ 8 ਬੀ ਕੰਮ ਹੋ ਜਾਊਗਾ। ਤਾਂ ਹੁਣ ਇਹ ਵੀ ਆਪਣੇ ਕੋਲ ਕੀ ਆ ਗਿਆ, ਟੋਟਲ ਵਰਕ। ਤਾਂ ਇਹ ਆਪਸ 'ਚ ਕੀ ਹੋਣਗੇ, ਇਕੁਅਲ ਹੋਣਗੇ, ਕਿਉਂਕਿ ਇਹ ਵੀ ਵਰਕ ਹੈ ਜੀ ਪੂਰਾ ਕੰਪਲੀਟ, ਇਹ ਵੀ ਵਰਕ। ਤਾਂ 12 ਇਹ ਇੱਧਰ ਜਾ ਕੇ ਮਾਈਨਸ ਹੋ ਜਾਊਗਾ, ਤਾਂ 6 ਇਕੁਅਲ ਟੂ ਕੀ ਬਣ ਜਾਊਗਾ, 8 ਬੀ। ਜਾਂ ਫਿਰ a ਓਵਰ b ਕਿੰਨਾ ਆ ਜਾਊਗਾ, 4/3 ਆ ਜਾਊਗਾ। ਮਤਲਬ ਕਿ ਜੇ a ਦੀ ਐਫੀਸ਼ੀਐਂਸੀ 4 ਹੋਊਗੀ ਤਾਂ b ਦੀ ਐਫੀਸ਼ੀਐਂਸੀ ਕਿੰਨੀ ਹੋਊਗੀ, 3 ਹੋ ਜਾਊਗੀ। ਤਾਂ ਆਪਾਂ ਨੇ ਕਰਨਾ ਕੀ ਹੈ, ਆਪਾਂ ਨੇ a ਦੀ ਵੈਲਿਊ ਉਰੇ ਕਿੰਨੀ ਪੁੱਟ ਕਰ ਦਾਂਗੇ, 4 ਪੁੱਟ ਕਰ ਦਾਂਗੇ। ਤਾਂ ਆਪਣੇ ਕੋਲ ਜਿਹੜਾ ਵਰਕ ਹੈ ਟੋਟਲ 18 into 4 ਕਿੰਨਾ ਆ ਜਾਊਗਾ, 72 ਆ ਗਿਆ। ਹੁਣ ਪੁੱਛਿਆ b ਕਿੰਨੇ ਦਿਨ 'ਚ ਕੰਮ ਪੂਰਾ ਕਰ ਦੂਗਾ, ਤਾਂ b ਦੀ ਐਫੀਸ਼ੀਐਂਸੀ ਕਿੰਨੀ ਹੈ, 3 ਹੈ, ਤਾਂ ਕਿੰਨਾ ਆ ਜਾਊਗਾ, 24। ਤਾਂ ਜਿਹੜਾ b ਹੈ ਉਹ 24 ਡੇਜ਼ ਲਊਗਾ ਪੂਰੇ ਕੰਮ ਨੂੰ ਪੂਰਾ ਕਰਨ ਲਈ। ਠੀਕ ਹੈ ਜੀ। ਦੇਖੋ ਜੀ, ਜੇ ਤੁਸੀਂ ਇਹ ਕਨਸੈਪਟ ਚੰਗੀ ਤਰ੍ਹਾਂ ਸਮਝ ਗਏ ਤਾਂ ਦੇਖੋ ਆਪਾਂ ਇਸ ਕੁਐਸਚਨ ਨੂੰ ਕਿਸ ਤਰ੍ਹਾਂ ਕਰ ਸਕਦੇ ਹਾਂਗੇ। ਹੋਰ ਸਿੰਪਲ ਹੋ ਜਾਊਗਾ ਜੀ। ਜਿਹੜਾ A ਹੈ ਉਹ 18 ਦਿਨ ਦੇ ਵਿੱਚ ਕੰਮ ਪੂਰਾ ਕਰਦਾ, ਤਾਂ ਹੁਣ ਉਸਨੇ A ਨੇ ਕਿੰਨਾ ਕੰਮ, A ਨੇ ਸਿਰਫ ਕਿੰਨੇ ਦਿਨ ਕੰਮ ਕੀਤਾ, 12 ਦਿਨ ਕੰਮ ਕੀਤਾ। ਮਤਲਬ ਕਿ A ਦਾ 6 ਦਿਨ ਦਾ ਕੰਮ ਬਾਕੀ ਰਹਿ ਗਿਆ। ਠੀਕ ਹੈ ਨਾ ਜੀ। ਜੇ ਉਹੀ ਕੰਮ ਨੂੰ A ਪੂਰਾ ਕਰਦਾ ਤਾਂ ਉਹਦਾ 6 ਦਿਨ ਦਾ ਕੰਮ ਬਾਕੀ ਰਹਿ ਗਿਆ, ਮਤਲਬ ਕਿ 6 days work of A left। 6 days work of A ਬਾਕੀ ਰਹਿ ਗਿਆ। ਤਾਂ 6 days ਜਿਹੜਾ ਵਰਕ ਸੀਗਾ A ਦਾ, ਉਸਨੂੰ ਪੂਰਾ ਕੀਤਾ ਕਿਹਨੇ ਹੈ ਜੀ, B ਨੇ ਪੂਰਾ ਕੀਤਾ 8 ਦਿਨ ਦੇ ਵਿੱਚ। ਮਤਲਬ ਕਿ 8 days ਦੇ ਵਿੱਚ ਕਿਹਨੇ ਪੂਰਾ ਕੀਤਾ, B ਨੇ। ਤਾਂ ਹੁਣ ਜੇ ਆਪਣੇ ਕੋਲੇ ਦੇਖੋ ਆਪਾਂ ਨੂੰ ਕੀ ਗਿਵਨ ਸੀ, ਜਿਹੜਾ A ਆ ਉਹ 18 ਦਿਨ 'ਚ ਕੰਮ ਪੂਰਾ ਕਰਦਾ। ਜੇ ਜਿੰਨਾ ਕੰਮ A 6 ਦਿਨ 'ਚ ਕਰਦਾ, ਉਨਾ ਹੀ ਕੰਮ ਜਿਹੜਾ B ਆ ਉਹ ਵੀ ਕਿੰਨੇ ਦਿਨ 'ਚ ਕਰਦਾ, 8 ਦਿਨ 'ਚ ਕਰਦਾ ਹੈ। ਠੀਕ ਹੈ ਨਾ। ਤਾਂ ਜਿੰਨਾ ਕੰਮ A 18 ਦਿਨ 'ਚ ਕਰੂਗਾ, ਉਨਾ ਜਿਹੜਾ ਕੰਮ ਹੈ ਵੀ ਉਹ 24 ਦਿਨ 'ਚ ਕਰ ਦੂਗਾ। ਤਾਂ ਆਪਣੇ ਕੋਲ 24 ਕੀ ਆ ਜਾਊਗਾ, ਆਂਸਰ ਆ ਜਾਊਗਾ ਆਪਸ਼ਨ ਬੀ। ਕੁਐਸਚਨ ਨੰਬਰ 59 ਦੇਖੋ ਜੀ। ਦੇਖੋ ਜੀ ਕੀ ਕਿਹਾ ਹੈ ਕੁਐਸਚਨ 59 ਦੇ ਵਿੱਚ, A and B together can do a piece of work in 9 days। A ਤੇ B 9 ਦਿਨ 'ਚ ਕਿਸੇ ਕੰਮ ਨੂੰ ਪੂਰਾ ਕਰਦੇ ਨੇ। A does twice the work of B in given time। ਜਿਹੜਾ ਕਹਿੰਦਾ A ਹੈ, ਜੇ ਕਹਿੰਦਾ ਕਿਸੇ ਗਿਵਨ ਟਾਈਮ ਦੇ ਵਿੱਚ ਉਹ B ਤੋਂ ਜਿੰਨਾ ਕੰਮ B ਕਰਦਾ ਉਸ ਤੋਂ ਕੀ ਟ੍ਰਿਪਲ ਕਰਦਾ ਹੈ। ਠੀਕ ਹੈ ਜੀ। ਦਾ ਟਾਈਮ A alone will take to finish the work। ਤਾਂ ਕਹਿੰਦਾ ਜੇ ਕਹਿੰਦਾ A ਸਿਰਫ ਜੇ ਇਕੱਲਾ A ਕੰਮ ਕਰੂਗਾ A alone, ਤਾਂ ਕਹਿੰਦਾ ਕਿੰਨੇ ਦਿਨ 'ਚ ਕੰਮ ਪੂਰਾ ਹੋ ਜਾਊਗਾ। ਦੇਖੋ ਇਹ ਸਿੰਪਲ ਜੀ ਚੀਜ਼ ਹੈ ਬਿਲਕੁਲ। ਦੇਖੋ ਜਿੰਨੇ ਟਾਈਮ 'ਚ B ਮੰਨ ਲਓ ਇੱਕ ਕੰਮ ਕਰਦਾ, ਉਨੇ ਟਾਈਮ 'ਚ A ਕਿੰਨਾ ਕੰਮ ਕਰ ਦੂਗਾ, ਕਿੰਨਾ ਕਰ ਦੂਗਾ, 3 ਕਰ ਦੂਗਾ। ਮਤਲਬ ਜੇ B ਦੀ ਐਫੀਸ਼ੀਐਂਸੀ 1 ਹੈ, A ਦੀ ਐਫੀਸ਼ੀਐਂਸੀ ਕਿੰਨੀ ਆ ਗਈ ਆਪਣੇ ਕੋਲ, 3 ਆ ਗਈ। ਦੋਹਾਂ ਦੀ ਐਫੀਸ਼ੀਐਂਸੀ ਮਿਲਾ ਕੇ ਕਿੰਨੀ ਹੋ ਗਈ, 4 ਹੋ ਗਈ। ਤਾਂ ਕਹਿੰਦਾ ਦੋਨੋਂ ਮਿਲ ਕੇ 9 ਦਿਨ 'ਚ ਕੰਮ ਪੂਰਾ ਕਰਦੇ ਨੇ। ਤਾਂ ਇਹ ਕੀ ਆ ਜਾਊ ਆਪਣੇ ਕੋਲ, ਟੋਟਲ ਕੀ ਆ ਜਾਊਗਾ, ਵਰਕ ਆ ਜਾਊਗਾ। ਕਿੰਨਾ ਆ ਗਿਆ ਜੀ, 36 ਆ ਗਿਆ। ਤਾਂ ਹੁਣ ਕਿਹਦਾ ਪੁੱਛਿਆ, ਇਹਨਾਂ ਨੇ A ਦਾ ਪੁੱਛਿਆ। ਜੇ ਕਹਿੰਦਾ A ਇਕੱਲਾ ਇਸ ਕੰਮ ਨੂੰ ਪੂਰਾ ਕਰੇ ਤਾਂ ਕਿੰਨੇ ਦਿਨ 'ਚ ਕਰ ਦੂਗਾ। A ਦੀ ਐਫੀਸ਼ੀਐਂਸੀ ਕਿੰਨੀ ਹੈ, 3 ਹੈ। ਇਹਨੂੰ ਆਪਾਂ ਸੋਲਵ ਕਰਾਂਗੇ, ਕਿੰਨਾ ਆ ਜਾਊਗਾ, 12। ਠੀਕ ਹੈ ਜੀ, ਡੀ ਆਪਸ਼ਨ ਆਪਣੇ ਕੋਲ ਆਂਸਰ। ਹਾਂਜੀ, ਇਸ ਤੋਂ ਅੱਗੇ ਦੇਖੋ ਜੀ ਕੁਐਸਚਨ ਨੰਬਰ 60। क्वेश्चन 60 की है जी, A can do as much work in 4 days as B can do in 5 days and B can do as much work in 6 days as C in 7 days। In what time will C do a piece of work which A can do in a week। देखो जी की क्वेश्चन है अपने को, कहना जिन्ना कम A 4 दिन च करता है उन्ना ही कम B 5 दिन च करता है। देखो जी बिल्कुल सिंपल चीज है अपने को उरे की कहा इन्होंने, कहना जिन्ना कम A 4 दिन च करूगा B 5 च करूगा। मतलब कि देखो जे A ਦਾ ਟਾਈਮ 4 ਹੈ, ਟਾਈਮ B ਦਾ ਕਿੰਨਾ 5 ਹੈ। ਠੀਕ ਹੈ ਜੀ। ਤਾਂ ਜੇ ਆਪਾਂ ਟਾਈਮ ਦੀ ਰੇਸ਼ੋ ਨੂੰ ਉਲਟਾ ਕਰ ਦਿੰਦੇ ਤਾਂ ਆਪਣੇ ਕੋਲ ਰੇਸ਼ੋ ਕਿਹਦੀ ਆ ਜਾਂਦੀ, ਐਫੀਸ਼ੀਐਂਸੀ। ਮਤਲਬ ਕਿ ਜੇ A ਦੀ ਐਫੀਸ਼ੀਐਂਸੀ 5 ਹੋਊਗੀ, B ਦੀ ਐਫੀਸ਼ੀਐਂਸੀ ਕਿੰਨੀ ਹੋਊਗੀ, 4 ਹੋਊਗੀ। ਅੱਗੇ ਕੀ ਕਹਿ ਰਿਹਾ ਆਪਾਂ ਨੂੰ, B can do as much work in 6 days as C in 7 days। ਕਹਿੰਦਾ ਜਿੰਨਾ ਕੰਮ C 7 ਦਿਨ ਚ ਕਰਦਾ ਉਹਨਾਂ B 6 ਦਿਨ ਚ ਕਰਦਾ। ਮਤਲਬ ਕਿ ਜੇ B ਦੀ ਐਫੀਸ਼ੀਐਂਸੀ 7 ਹੋਊਗੀ ਤਾਂ C ਦੀ ਐਫੀਸ਼ੀਐਂਸੀ ਕਿੰਨੀ ਹੋ ਜਾਊਗੀ, 6। ਹੁਣ ਆਪਾਂ ਉਸ ਤੋਂ ਬਾਅਦ ਕੀ ਕਰਦੇ ਹੁੰਦੇ ਹਾਂ, ਇਸ 4 ਨੂੰ ਆਪਾਂ ਇੱਥੇ ਮੂਵ ਕਰ ਦਿੰਦੇ ਹੁੰਦੇ, 7 ਇੱਥੇ ਮੂਵ ਹੋ ਜਾਊਗਾ। ਤਾਂ ਆਪਣੇ ਕੋਲ ਜਿਹੜੀ ਰੇਸ਼ੋ ਬਣ ਜਾਊਗੀ ਐਫੀਸ਼ੀਐਂਸੀ ਦੀ, ਉਹ ਬਣ ਜਾਊਗੀ 35, 28 ਤੇ 24। ਹੁਣ ਦੇਖੋ ਜੀ ਕੀ ਪੁੱਛਿਆ, ਕਹਿੰਦਾ ਇਨ ਵਟ ਟਾਈਮ ਵਿਲ ਸੀ ਡੂ ਏ ਪੀਸ ਆਫ ਵਰਕ। ਕਹਿੰਦਾ ਸੀ ਕਿੰਨੇ ਟਾਈਮ 'ਚ ਕੰਮ ਕਰ ਦਊਗਾ, ਵਿਚ ਏ ਕੈਨ ਡੂ ਇਨ ਏ ਵੀਕ। ਕਹਿੰਦਾ ਜਿਸ ਕੰਮ ਨੂੰ ਇਹ 7 ਡੇਜ਼ 'ਚ ਕਰਦਾ, ਵੀਕ 'ਚ ਕਰਦਾ ਹੈਗਾ, ਤਾਂ ਕਹਿੰਦਾ ਉਸ ਕੰਮ ਨੂੰ ਸੀ ਕਿੰਨੇ ਡੇਜ਼ 'ਚ ਕਰ ਦਊਗਾ। ਹੁਣ ਏ ਦੀ ਐਫੀਸ਼ੀਐਂਸੀ ਕਿੰਨੀ ਹੈ, 35, ਤੇ ਇਸ ਕੰਮ ਨੂੰ ਇਹ 7 ਡੇਜ਼ ਦੇ ਵਿੱਚ ਪੂਰਾ ਕਰਦਾ। ਤਾਂ
ਉਹ ਕੰਮ ਕਿੰਨਾ ਹੋ ਜਾਊਗਾ 35 into 7 ਹੋ ਜਾਊਗਾ। ਤਾਂ ਹੁਣ ਇਹੀ ਕੰਮ ਨੂੰ ਸੀ ਕਿੰਨੇ ਚ ਕਰੂਗਾ, ਸੀ ਦੀ ਐਫੀਸ਼ੀਐਂਸੀ ਕਿੰਨੀ ਹੈਗੀ 24। ਠੀਕ ਹੈ ਜੀ, ਤਾਂ ਆਪਣੇ ਕੋਲ ਜੋ ਚੀਜ਼ ਕੈਂਸਲ ਹੁੰਦੀ ਹੈ ਆਪਾਂ ਕੈਂਸਲ ਕਰ ਦਾਂਗੇ। ਉਰੇ ਕੁਝ ਵੀ ਕੈਂਸਲ ਨਹੀਂ ਹੋ ਰਿਹਾ ਹੈਗਾ, ਤਾਂ ਇਹ ਬਣ ਜਾਊਗਾ 35 ਗੁਣਾ 7 245/24। 24 ਨੀਚੇ ਸਿਰਫ ਇੱਕੋ ਹੀ ਆਪਸ਼ਨ ਦੇ ਵਿੱਚ ਹੈ, ਏ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਆਪਣੇ ਕੋਲ ਇਹ ਆਂਸਰ ਆ ਗਿਆ। ਵੈਸੇ ਹੀ ਮੈਚ ਕਰ ਰਿਹਾ ਜੀ 240 + 5 245/24। ਹਾਂਜੀ देखो क्वेश्चन नंबर 69 देखो, A + B कैन डू ए पीस ऑफ वर्क इन 14 डेज। ए वर्क ठीक है जी, ਕੀ ਕਿਹਾ ਆਪਾਂ ਨੂੰ, ਕਹਿੰਦਾ A ਤੇ B 14 ਡੇਜ਼ ਦੇ ਵਿੱਚ ਕੰਮ ਕਰਦੇ ਨੇ। ਜਿਹੜਾ A ਕਰਦਾ ਹੈ, A works 3.5 days and B works for 11.5 days. Then half of the work has been completed. In how many days will B do this work alone? ਦੇਖੋ ਜੀ ਕੀ ਕਹਿ ਰਹੇ ਆਪਾਂ ਨੂੰ, ਦੇਖੋ ਆਪਾਂ ਨੇ ਉਰੇ ਮੇਨ ਚੀਜ਼ ਕੀ ਕਰਨੀ ਹੁੰਦੀ ਹੈ, ਆਪਾਂ ਨੇ ਵਰਕ ਨੂੰ ਵਰਕ ਦੇ ਇਕੁਅਲ ਰੱਖਣਾ ਹੁੰਦਾ। ਉਰੇ ਆਪਣੇ ਕੋਲ ਦੋ ਕੰਡੀਸ਼ਨ ਨੇ ਜਿਹਦੇ ਵਿੱਚ ਕੰਮ ਪੂਰਾ ਹੋ ਰਿਹਾ। ਇੱਕ ਤਾਂ ਆਪਣੇ ਕੋਲ ਪਹਿਲੀ ਕੰਡੀਸ਼ਨ ਹੈ ਵੀ A + B ਕੈਨ ਡੂ ਏ ਪੀਸ ਆਫ ਵਰਕ ਇਨ 14 ਡੇਜ਼, ਵੀ A ਤੇ B ਕਿਸੇ ਕੰਮ ਨੂੰ 14 ਡੇਜ਼ ਦੇ ਵਿੱਚ ਪੂਰਾ ਕਰਦੇ ਨੇ। ਉਸ ਤੋਂ ਬਾਅਦ ਕੀ ਕਹਿ ਰਹੇ ਨੇ ਜੀ, ਕਹਿੰਦਾ A works 3.5 days, ਕਹਿੰਦਾ ਜੀ A ਕਹਿੰਦਾ 3.5 ਦਿਨ ਕੰਮ ਕਰੇ ਐਂਡ B work for 11.5 days। ਠੀਕ ਹੈ, ਤਾਂ ਕਹਿੰਦਾ ਹਾਫ ਆਫ ਦਾ ਵਰਕ ਹੈਜ਼ ਬੀਨ ਕੰਪਲੀਟਡ, ਤਾਂ ਕਹਿੰਦਾ ਅੱਧਾ ਕੰਮ ਪੂਰਾ ਹੋ ਜਾਊ। ਇਨ ਹਾਊ ਮੈਨੀ ਡੇਜ਼ ਵਿਲ B ਡੂ ਦਿਸ ਵਰਕ ਅਲੋਨ, ਕੱਲਾ B ਕਿੰਨੇ ਦਿਨ ਚ ਕੰਮ ਪੂਰਾ ਕਰੂ। ਦੇਖੋ ਜੀ ਮੈਂ ਕੀ ਕਰ ਰਿਹਾ, A ਦੀ ਐਫੀਸ਼ੀਐਂਸੀ A ਮੰਨ ਲਈ, B ਦੀ ਐਫੀਸ਼ੀਐਂਸੀ B ਮੰਨ ਲਈ। ਤਾਂ ਹੁਣ ਜੇ A ਤੇ B 14 ਡੇਜ਼ ਦੇ ਵਿੱਚ ਕੰਮ ਪੂਰਾ ਕਰਦੇ ਨੇ, ਤਾਂ ਮਤਲਬ ਕਿੰਨਾ ਕੰਮ ਹੋ ਜਾਊਗਾ 14A, 14 ਦਿਨ ਤਾਂ A ਨੇ ਕੰਮ ਕੀਤਾ, 14 ਦਿਨ B ਨੇ ਕੰਮ ਕੀਤਾ, ਤਾਂ 14A + 14B ਕੰਮ ਹੋ ਗਿਆ ਟੋਟਲ। ਹੁਣ ਇਸ ਕੇਸ ਦੇ ਵਿੱਚ ਕਿੰਨਾ ਕੰਮ ਹੋਊਗਾ, A ਨੇ ਕੰਮ ਕੀਤਾ 3.5 ਡੇਜ਼, ਮਤਲਬ ਕਿ 7/2 ਡੇਜ਼, ਤੇ B ਨੇ ਕੰਮ ਕੀਤਾ 11.5, ਮਤਲਬ ਕਿ 23/2 ਡੇਜ਼ B ਨੇ ਕੰਮ ਕੀਤਾ, A ਨੇ ਕੰਮ ਕੀਤਾ, B ਨੇ ਕੰਮ ਕੀਤਾ, ਤਾਂ ਸਿਰਫ ਹਾਫ ਵਰਕ ਪੂਰਾ ਹੋਇਆ। ਠੀਕ ਹੈ ਜੀ, ਹੁਣ ਦੇਖੋ ਹਾਫ ਵਰਕ ਹੋ ਗਿਆ ਪੂਰਾ। ਜੇ ਆਪਾਂ ਕਹਿ ਦਈਏ ਕਿ ਜੇ ਸਿਰਫ ਹਾਫ ਵਰਕ ਪੂਰਾ ਹੋ ਰਿਹਾ ਹੈਗਾ, ਤਾਂ ਜੇ A ਡਬਲ ਟਾਈਮ ਕੰਮ ਕਰ ਜੇ ਤੇ B ਵੀ ਡਬਲ ਟਾਈਮ ਕੰਮ ਕਰਦੇ ਜਿੰਨੇ ਇਹਨਾਂ ਨੇ ਪਹਿਲਾਂ ਕੀਤਾ, ਤਾਂ ਆਪਣੇ ਕੋਲ ਵਰਕ ਪੂਰਾ ਹੋ ਜਾਊਗਾ। ਮਤਲਬ ਕਿ ਜੇ A 7 ਡੇਜ਼ ਕੰਮ ਕਰਦੇ ਤੇ B 23 ਡੇਜ਼ ਕੰਮ ਕਰਦੇ, ਤਾਂ ਆਪਣੇ ਕੋਲ ਜਿਹੜਾ ਵਰਕ ਪੂਰਾ ਹੋ ਜਾਊਗਾ। ਮਤਲਬ ਕਿ 7A + 23B, ਜੇ ਇਸ ਤਰੀਕੇ ਨਾਲ ਵੀ ਕੰਮ ਹੋਊਗਾ ਤਾਂ ਵੀ ਆਪਣੇ ਕੋਲ ਪੂਰਾ ਹੋ ਜਾਊਗਾ ਜੀ ਕੰਮ। ਹੁਣ ਦੇਖੋ ਆਪਾਂ ਇਸ ਨੂੰ ਕੈਂਸਲ ਕਰਾਂਗੇ, 7A ਇੱਧਰ ਜਾ ਕੇ ਮਾਈਨਸ ਦਾ ਹੋ ਗਿਆ, 14 23 ਦੇ ਵਿੱਚੋਂ ਮਾਈਨਸ ਕਰਾਂਗੇ 9B ਆ ਜਾਊਗਾ। ਮਤਲਬ ਕਿ A/B ਆਪਣੇ ਕੋਲ ਆ ਗਈ 9/7, ਮਤਲਬ ਕਿ A ਦੀ ਐਫੀਸ਼ੀਐਂਸੀ ਹੈ, B ਦੀ ਐਫੀਸ਼ੀਐਂਸੀ ਹੈ, ਦੋਹਾਂ ਦਾ ਸਮ ਕਿੰਨਾ ਹੈ ਜੀ 16। ਮਤਲਬ ਕਿ ਜਦੋਂ 16 ਦੀ ਐਫੀਸ਼ੀਐਂਸੀ ਨਾਲ ਕੰਮ ਹੋਊਗਾ, ਜਦੋਂ A ਤੇ B ਦੋਨੋਂ ਇਕੱਠੇ ਕੰਮ ਕਰਦੇ ਨੇ, ਤਾਂ ਜਿਹੜਾ ਟਾਈਮ ਆਪਣੇ ਕੋਲ ਕਿੰਨਾ 14 ਡੇਜ਼ ਲੱਗਦਾ। ਹੁਣ ਕਿਹਦਾ ਪੁੱਛਿਆ, ਸਿਰਫ B ਦਾ। B ਦੀ ਐਫੀਸ਼ੀਐਂਸੀ ਕਿੰਨੀ ਹੈ 7 ਹੈ, ਤਾਂ 7 ਲਿਖਾਂਗੇ ਜੀ, ਉਰੇ 2 ਆ ਜਾਊਗਾ, 32 ਡੇਜ਼ ਆ ਜਾਊਗਾ। ਤਾਂ ਇੰਨੇ ਡੇਜ਼ ਦੇ ਵਿੱਚ ਜਿਹੜਾ B ਕੰਮ ਕਰੂਗਾ। ਠੀਕ ਹੈ ਜੀ, 32 ਆਪਣਾ ਆਂਸਰ ਹੈ ਆਪਸ਼ਨ A। ਹਾਂਜੀ ਦੇਖੋ क्वेश्चन नंबर 70, A + B can do a piece of work in 5 days if A works with the twice of his efficiency and B works with 1/3 of his efficiency, then work will be completed in 3 days. In how many days will A do this work alone? ਦੇਖੋ ਜੀ ਦੁਬਾਰਾ ਸੁਣੋ ਇਸ ਚੀਜ਼ ਨੂੰ, ਠੀਕ ਹੈ, ਕਹਿੰਦਾ A ਤੇ B 5 ਦਿਨ ਚ ਕੰਮ ਪੂਰਾ ਕਰਦੇ ਨੇ। ਹੁਣ ਦੇਖੋ ਜੀ ਉਰੇ ਫੇਰ ਆਪਾਂ ਨੂੰ ਐਫੀਸ਼ੀਐਂਸੀ ਸਪੋਜ਼ ਕਰਨੀ ਪਊਗੀ, A ਦੀ ਐਫੀਸ਼ੀਐਂਸੀ A ਹੈ, B ਦੀ ਐਫੀਸ਼ੀਐਂਸੀ B ਹੈ, ਤਾਂ ਦੋਹਾਂ ਨੇ 5 ਦਿਨ ਕੰਮ ਕੀਤਾ, ਤਾਂ 5A + 5B ਵਰਕ ਆਪਣੇ ਕੋਲ ਹੋ ਗਿਆ ਕੰਪਲੀਟ। ਠੀਕ ਹੈ ਜੀ, ਹੁਣ ਕੀ ਕਹਿ ਰਹੇ ਨੇ, ਕਹਿੰਦਾ ਇਫ A works with twice of his efficiency, ਜੇ ਜਿਹੜਾ A ਹੈ ਉਹ ਆਪਦੀ ਡਬਲ ਐਫੀਸ਼ੀਐਂਸੀ ਨਾਲ ਕੰਮ ਕਰੇ, ਮਤਲਬ ਕਿ 2A ਨਾਲ ਤਾਂ A ਕੰਮ ਕਰ ਰਿਹਾ ਐਂਡ B works with 1/3 of his efficiency, ਮਤਲਬ ਕਿ B ਆਪਣੀ 1/3 ਐਫੀਸ਼ੀਐਂਸੀ ਨਾਲ ਕੰਮ ਕਰ ਰਿਹਾ। ਜਦੋਂ ਇੰਨੀ ਐਫੀਸ਼ੀਐਂਸੀ ਨਾਲ ਕੰਮ ਹੋਊਗਾ ਤਾਂ ਟਾਈਮ ਕਿੰਨਾ ਲੱਗ ਰਿਹਾ ਆਪਣੇ ਕੋਲ, ਕੀ 3 ਦਿਨ। ਆਪਾਂ ਇਸ ਚੀਜ਼ ਨੂੰ ਆਪਾਂ 3 ਨਾਲ ਮਲਟੀਪਲਾਈ ਕਰ ਦਾਂਗੇ, ਕਿਉਂਕਿ ਇਹ ਐਫੀਸ਼ੀਐਂਸੀ ਹੈ, ਇਹ ਆਪਣੇ ਕੋਲ ਕੀ ਹੈ ਟਾਈਮ ਹੈ, ਤਾਂ ਆਪਣੇ ਕੋਲ ਕੀ ਨਿਕਲਿਆ ਹੋਊਗਾ ਵਰਕ ਆ ਜਾਊਗਾ। ਤਾਂ ਇਹ ਬਣ ਜਾਊਗਾ 5A, ਉਰੇ ਬਣ ਜਾਊਗਾ 6A, ਤਾਂ 6A ਦੇ ਵਿੱਚੋਂ 5A ਮਾਈਨਸ ਕਿतना ਕਰਾਂਗੇ A ਆ ਜਾਊਗਾ। ਇੱਥੇ ਆਪਾਂ ਕੀ 3 ਨਾਲ 3 ਕੈਂਸਲ ਹੋ ਜੂ, ਕੱਲਾ B ਬਾਹਰ ਆਊਗਾ, 5B ਦੇ ਵਿੱਚੋਂ B ਮਾਈਨਸ ਕਰਾਂਗੇ, ਉਰੇ ਕਿੰਨਾ ਆ ਜਾਊਗਾ 4B ਆ ਜਾਊਗਾ। ਤਾਂ A/B ਕਿੰਨਾ ਆ ਗਿਆ ਆਪਣੇ ਕੋਲੇ 4/1, ਮਤਲਬ ਕਿ ਜੇ A ਦੀ ਐਫੀਸ਼ੀਐਂਸੀ 4 ਹੈ, B ਦੀ ਐਫੀਸ਼ੀਐਂਸੀ ਕਿੰਨੀ ਆ ਗਈ 1 ਆ ਗਈ। ਤਾਂ ਹੁਣ A ਤੇ B ਮਿਲ ਕੇ 5 ਦਿਨ ਚ ਕੰਮ ਪੂਰਾ ਕਰਦੇ ਸੀਗੇ, ਤਾਂ ਮਤਲਬ ਕਿ 5 into 5 ਕੀ ਆ ਗਿਆ ਆਪਣੇ ਕੋਲ ਟੋਟਲ ਵਰਕ ਆ ਗਿਆ। ਇਹਦਾ ਪੁੱਛਿਆ ਹੋਇਆ A ਦਾ, A ਦੀ ਐਫੀਸ਼ੀਐਂਸੀ ਕਿੰਨੀ ਹੈ 4 ਹੈ, ਤਾਂ 25/4 ਆਪਣੇ ਕੋਲ ਆਂਸਰ ਆ ਜਾਊਗਾ।
6 and 1/4 days। 75 ਦੇ ਵਿੱਚ ਹੈ ਜੀ A plus B can finish a certain piece of work in 4 days। A ਤੇ B 4 ਦਿਨ ਚ ਕੰਮ ਪੂਰਾ ਕਰਦੇ ਨੇ ਦੋਨੋਂ ਮਿਲ ਕੇ। if A reduces his efficiency by 30%, ਜੇ A ਆਪਣੀ efficiency ਨੂੰ 30% ਕੀ ਕਰ ਦਿੰਦਾ, ਲੈਸ ਕਰਦਾ, ਕੱਟ ਕਰਦਾ, and B increase by 10%, ਤੇ B ਦੀ efficiency 10% ਕੀ ਹੋ ਜਾਂਦੀ ਹੈ, increase, then work will be finished in 5 days। ਤਾਂ ਜਿਹੜਾ ਕਹਿੰਦਾ work ਹੈ ਉਹ 5 days ਚ ਪੂਰਾ ਹੋ ਜਾਊਗਾ। ਉਸ ਤੋਂ ਬਾਅਦ ਕੀ ਕਹਿ ਰਿਹਾ, if A work with, ਜੇ ਕਹਿੰਦਾ ਜਿਹੜਾ A ਹੈ ਉਹ ਕਹਿੰਦਾ ਆਪਣੀ ਜਿਹੜੀ ਉਹਦੀ efficiency actual ਸੀਗੀ ਉਸ ਦੇ ਨਾਲ ਕੰਮ ਕਰੇ, and B works with 3/2 times of his efficiency। ਜਿੰਨੀ efficiency B ਦੀ ਸੀ ਤੇ ਉਹ ਤੋਂ B ਆਪਦੀ ਕੀ ਹੈ 3/2 times efficiency ਨਾਲ ਕੰਮ ਕਰੇ, then in how many days working together work will be finished। ਤਾਂ ਕਹਿੰਦਾ ਕਿੰਨੇ ਦਿਨ ਦੇ ਵਿੱਚ ਕੰਮ ਪੂਰਾ ਹੋ ਸਕਦਾ। ਠੀਕ ਹੈ ਜੀ, ਆਪਾਂ ਇਹਨੂੰ ਸਟੈਪ ਬਾਈ ਸਟੈਪ ਕਰਦੇ ਹਾਂ। ਦੇਖੋ 30% ਤੇ ਕੀ ਹੈ 10%, ਤਾਂ ਆਪਾਂ ਇਹਦੇ ਅਕੋਰਡਿੰਗ ਆਪਾਂ efficiency ਸਪੋਜ਼ ਕਰ ਲਾਂਗੇ। ਤਾਂ ਆਪਾਂ ਨੇ A ਦੀ efficiency ਸਪੋਜ਼ ਕਰ ਲਾਂਗੇ ਆਪਾਂ 10A, B ਦੀ efficiency ਆਪਾਂ ਸਪੋਜ਼ ਕਰ ਲਾਂਗੇ 10B। ਦੇਖੋ ਜਦੋਂ ਦਾ 10A 10B efficiency ਨਾਲ ਕੰਮ ਹੋ ਰਿਹਾ ਤਾਂ ਮਤਲਬ ਕੀ, ਤਾਂ 4 ਦਿਨ ਚ ਕੰਮ ਪੂਰਾ ਹੋ ਰਿਹਾ, ਤਾਂ ਮਤਲਬ ਕਿ 40A plus 40B ਹੋਊਗਾ ਜੀ ਵਰਕ ਟੋਟਲ। ਇਹਨੂੰ 4 ਨਾਲ ਮਲਟੀਪਲਾਈ ਕਰਤਾ। ਹੁਣ ਕੀ ਕਹਿ ਰਿਹਾ, ਕਹਿੰਦਾ ਇਫ A reduce his efficiency by 30%, ਜੇ ਕਹਿੰਦਾ A ਆਪਣੀ efficiency 30% ਕੀ ਕਰ ਦੇ, ਘੱਟ ਕਰ ਲੇ, ਤਾਂ 7A ਬਚ ਜੂਗੀ A ਦੀ efficiency 30% ਲੈਸ ਹੋ ਕੇ, and B increase by 10%, ਜੇ B 10% increase ਕਰਦਾ ਹੈਗਾ ਤਾਂ ਇਹਦੀ efficiency ਕਿੰਨੀ ਹੋ ਜੂਗੀ 11B ਹੋ ਜੂਗੀ। ਦੇਖੋ ਜੀ ਉਰੇ ਮੈਨੇ A ਨੂੰ 10A ਦੀ efficiency 10A ਤੇ 10B ਟ੍ਰਾਂਸਪੋਜ਼ ਕੀਤੀ ਹੈਗੀ efficiency, ਤਾਂ ਕਿ ਆਪਣੇ ਕੋਲ ਕੀ ਹੈ ਜਿਹੜਾ ਆਨਸਰ ਹੈ ਉਹ ਪੁਆਇੰਟ ਦੀ ਫਾਰਮ ਚ ਨਾ ਆ ਜੇ, ਮਤਲਬ ਕਿ 0.7A ਜਾਂ ਕੁਝ 1.1 ਨਾ ਬਣ ਜੇ। ਉਹ ਚ ਆਪਾਂ ਨੂੰ ਜਦੋਂ ਆਪਾਂ ਸਬਟਰੈਕਸ਼ਨ ਜਾਂ ਐਡੀਸ਼ਨ ਕਰਦੇ ਹਾਂ ਆਪਣਾ ਟਾਈਮ ਥੋੜਾ ਜਿਹਾ ਐਕਸਟਰਾ ਲੱਗ ਜਾਂਦਾ। ਠੀਕ ਹੈ, ਤਾਂ ਕਰਕੇ ਆਪਾਂ ਨੇ ਉਸ ਨੂੰ 10A ਤੇ 10B ਸਪੋਜ਼ ਕੀਤਾ। ਤਾਂ ਪੂਰੇ ਕੁਐਸਚਨ ਚ ਆਪਾਂ 10A 10B ਲੈ ਕੇ ਕੁਐਸਚਨ ਨੂੰ ਸੋਲਵ ਕਰਾਂ, ਤਾਂ ਹੁਣ ਜਦੋਂ 7A ਤੇ 11B ਨਾਲ ਕੰਮ ਹੁੰਦਾ ਤਾਂ ਆਪਣੇ ਕੋਲ 5 ਡੇਜ਼ ਦੇ ਵਿੱਚ ਕੰਮ ਕੰਪਲੀਟ ਹੋ ਜਾਂਦਾ, ਪੂਰੇ 5 ਆ ਜਾਊਗਾ। ਹੁਣ 40A ਇਹਨੂੰ ਮਲਟੀਪਲਾਈ ਕਰਾਂਗੇ ਕਿੰਨਾ ਬਣ ਜਾਊਗਾ 35A, ਤਾਂ ਮਾਈਨਸ ਕਰਕੇ ਬਣ ਜਾਊਗਾ 5A, 55B ਮਾਈਨਸ 45B 15B ਆ ਗਿਆ। ਤਾਂ A/B ਕਿੰਨਾ ਆ ਜਾਊਗਾ, ਇਹ ਬਣ ਜਾਊਗਾ 3:1। ਤਾਂ 10A ਤੇ 10B ਦਾ ਸੇਮ ਬਣੂਗੀ। ਠੀਕ ਹੈ ਨਾ ਜੀ, 10A ਤੇ 10B ਦਾ ਜੇ ਆਪਾਂ ਰੇਸ਼ੋ ਕਰਾਂਗੇ ਫਾਈਂਡ ਸੇਮ ਬਣੂਗੀ ਰੇਸ਼ੋ। ਤਾਂ 10A ਤੇ 10B ਦੀ ਰੇਸ਼ੋ, ਕਿਉਂਕਿ ਜੇ A ਦੀ ਰੇਸ਼ੋ B ਕਿੰਨੀ ਹੈ 3 ਤੇ 1 ਹੈ, ਤੇ 10A ਤੇ 10B ਵੀ ਸੇਮ ਬਣੂ ਕਿਉਂਕਿ ਕੈਂਸਲ ਹੋ ਜਾਊਗਾ, ਤਾਂ ਕਿ ਇਹ A ਤੇ B ਰਹੂਗਾ। ਹੁਣ ਅੱਗੇ ਦੇਖੋ ਜੀ, ਹੁਣ ਕੀ ਕਹਿ ਰਹੇ ਆਪਾਂ ਨੂੰ, ਅੱਗੇ ਦੇਖੋ ਜੀ ਹੁਣ ਆਪਣੇ ਕੋਲ ਜਿਹੜਾ ਆਪਣੇ ਕੋਲ ਟੋਟਲ ਵਰਕ ਸੀ ਉਹ ਕਿੰਨਾ ਆ ਜਾਊਗਾ। ਹੁਣ ਦੋਹਾਂ ਦੀ ਐਫੀਸ਼ੀਐਂਸੀ ਕਿੰਨੀ ਹੈ ਜੀ 4 ਹੈ, ਦੋਹਾਂ ਦੀ ਐਫੀਸ਼ੀਐਂਸੀ ਸਮ 4 ਹੈ। ਤਾਂ ਜਦੋਂ 4 ਡੇਜ਼ 'ਚ ਕੰਮ ਕਰਦੇ ਨੇ, ਤਾਂ ਜਦੋਂ 4 ਐਫੀਸ਼ੀਐਂਸੀ ਨਾਲ ਕੰਮ ਕਰਦੇ ਨੇ ਤਾਂ 4 ਡੇਜ਼ 'ਚ ਕੰਮ ਪੂਰਾ ਹੋ ਜਾਂਦਾ। ਮਤਲਬ ਕਿੰਨਾ ਵਰਕ ਆ ਗਿਆ ਜੀ, ਵਰਕ ਕਿੰਨਾ ਆ ਗਿਆ 16 ਵਰਕ ਆ ਗਿਆ। ਹੁਣ ਕੀ ਕਹਿ ਰਿਹਾ, ਕਹਿੰਦਾ ਇਫ ਇਹ ਵਰਕ ਜਿਹੜਾ ਕਹਿੰਦਾ A ਉਹ ਆਪਦੀ ਕਹਿੰਦਾ ਜਿਹੜੀ ਉਹਦੀ ਐਕਚੁਅਲ ਐਫੀਸ਼ੀਐਂਸੀ ਹੈ ਉਸ ਦੇ ਨਾਲ ਕੰਮ ਕਰੇ। ਉਹਦੀ ਕਿੰਨੀ ਐਕਚੁਅਲ ਐਫੀਸ਼ੀਐਂਸੀ ਕਿੰਨੀ ਹੈ ਜੀ, ਆਪਾਂ ਕਿੰਨੀ ਸਪੋਜ਼ ਕੀਤੀ ਹੈ 3, ਕਿਉਂਕਿ 10A ਦੇ ਇਕੁਇਵਲੈਂਟ ਕੀ ਲਿਖਿਆ ਹੋਇਆ ਹੈ, ਠੀਕ ਹੈ 3 ਲਿਖਿਆ ਹੋਇਆ। ਜਿਹੜਾ B ਹੈ ਉਹ ਆਪਦੀ ਐਫੀਸ਼ੀਐਂਸੀ ਦਾ ਕੀ ਹੋ ਜਾਏ ਜੀ, ਜਿੰਨੀ B ਦੀ ਐਫੀਸ਼ੀਐਂਸੀ ਕਿੰਨੀ 1 ਹੈ, ਤਾਂ ਆਪਾਂ ਇਹਨੂੰ ਕੀ ਹੈ 3/2 ਨਾਲ ਮਲਟੀਪਲਾਈ ਕਰ ਦਾਂਗੇ, ਤਾਂ B ਦੀ ਐਫੀਸ਼ੀਐਂਸੀ ਕਿੰਨੀ ਹੈਗੀ 3/2 ਨਾਲ ਕੰਮ ਕਰ ਰਿਹਾ, ਮਤਲਬ ਕਿ 1.5। ਤਾਂ ਉਰੇ 1.5 ਆ ਜਾਊਗਾ, ਤਾਂ ਉਰੇ ਬਣ ਜਾਊਗਾ 16/4.5। ਤਾਂ ਇੰਨੀ ਐਫੀਸ਼ੀਐਂਸੀ ਨਾਲ ਜੇ 4.5 ਨਾਲ ਕੰਮ ਹੋਊਗਾ ਤਾਂ ਆਪਾਂ ਨੰਬਰ ਆਫ ਡੇਜ਼ ਪਤਾ ਕਰਨੇ ਨੇ, ਤਾਂ ਇਹ ਬਣ ਜਾਊਗਾ 160/45। 5 ਤੇ ਕੈਂਸਲ ਕਰਾਂਗੇ ਜੀ 32/9 ਆ ਗਿਆ ਆਪਸ਼ਨ। ਠੀਕ ਹੈ, ਸੀ ਆਂਸਰ ਠੀਕ ਕਰ ਲਿਓ, ਇਹਦਾ B ਨਹੀਂ ਆਊਗਾ 32/9। ਠੀਕ ਹੈ ਜੀ।